Welcome dear students in today's video lesson. ਅੱਜ ਦੇ ਇਸ ਵੀਡੀਓ ਲੈਸਨ ਦੇ ਵਿੱਚ ਅਸੀਂ ਕਰਨ ਜਾ ਰਹੇ ਹਾਂ ਤੁਹਾਡੀ ਥਰਡ ਪੋਇਮ ਟਰਮ 2 ਦੀ, ਜੋ ਕਿ ਜੌਨ ਮਿਲਟਨ ਦੀ ਲਿਖੀ ਹੋਈ ਆ ਔਨ ਹਿਸ ਬਲਾਈਂਡਨੈਸ, ਜਿਹਨੂੰ ਐਕਸਪਲੇਨ ਕੀਤਾ ਕਮਲ ਮੈਮ ਨੇ। ਸੋ ਉਸ ਤੋਂ ਪਹਿਲਾਂ ਕਿ ਆਪਾਂ ਪੋਇਮ ਨੂੰ ਧਿਆਨ ਨਾਲ ਸੁਣੀਏ, ਸਮਝੀਏ, ਥੋੜ੍ਹੀ ਜਾਣਕਾਰੀ ਹਾਸਲ ਕਰ ਲਈਏ ਇਸ ਦੇ ਰਾਈਟਰ ਦੇ ਬਾਰੇ ਵਿੱਚ। ਜੌਨ ਮਿਲਟਨ ਜਿਨ੍ਹਾਂ ਨੇ ਇਹ ਪੋਇਮ ਆ ਜਿਹੜੀ ਕੰਪੋਜ਼ ਕੀਤੀ ਹੈ, ਲਿਖੀ ਆ, ਉਹ 17ਵੀਂ ਸਦੀ ਦੇ ਬਹੁਤ ਹੀ ਮਹਾਨ ਇੰਗਲਿਸ਼ ਪੋਇਟ ਹੋਏ ਨੇ, ਜਿਨ੍ਹਾਂ ਦਾ ਜਿਹੜਾ ਕੰਮ ਮੀਨਸ ਜੋ ਉਹਨਾਂ ਨੇ ਲਿਖਿਆ, ਪੋਇਟਰੀ ਲਿਖੀ, ਪ੍ਰੋਜ਼ ਲਿਖੀ 1632 ਤੋਂ ਲੈ ਕੇ 1674 1674 ਦੇ ਵਿਚਕਾਰ ਉਹਨੇ ਬਹੁਤ ਵੱਡੇ ਪੱਧਰ 'ਤੇ ਜਿਹੜਾ ਲਿਟਰੇਰੀ ਵਰਲਡ ਆ ਉਹਨੂੰ ਇਨਫਲੂਐਂਸ ਕੀਤਾ। ਠੀਕ, ਸੋ ਉਹਨਾਂ ਦਾ ਜਿਹੜਾ ਮੋਸਟ ਫੇਮਸ ਵਰਕ ਸੀ ਉਹਨਾਂ ਦੀ ਐਪਿਕ ਪੋਇਟਰੀ ਸੀ। ਠੀਕ, ਐਪਿਕ ਪੋਇਟਰੀ ਦੇ ਵਿੱਚ ਕੀ ਸੀ ਉਹਨਾਂ ਦਾ? ਪੈਰਾਡਾਈਜ਼ ਲੋਸਟ। ਇਹ ਉਹਨਾਂ ਦੀ ਬਹੁਤ ਹੀ ਮਸ਼ਹੂਰ ਰਚਨਾ ਹੈਗੀ ਬੇਟਾ। ਇਹ MA ਕਲਾਸਿਸ ਦੇ ਵਿੱਚ ਲੱਗੀ ਹੋਈ ਆ। ਜਦੋਂ ਕਦੇ ਤੁਸੀਂ MA ਇੰਗਲਿਸ਼ ਕਰੋਗੇ ਉੱਥੇ ਤੁਹਾਨੂੰ ਇਹ ਪੈਰਾਡਾਈਜ਼ ਲੋਸਟ, ਗੁਆਚਿਆ ਹੋਇਆ ਸਵਰਗ, ਪੜ੍ਹਨ ਨੂੰ ਮਿਲੇਗੀ। ਠੀਕ, ਸੋ ਆਜੋ ਹੁਣ ਆਪਾਂ ਇਸ ਪੋਇਮ ਨੂੰ ਧਿਆਨ ਨਾਲ ਸੁਣਦੇ ਹਾਂ, ਲਾਈਨ ਵਾਈਜ਼ ਲਾਈਨ, ਔਰ ਸਮਝਦੇ ਹਾਂ। Hello students, let's discuss the poem On His Blindness composed by John Milton. This poem has 14 lines, and this type of poem which has 14 lines is called a sonnet. This sonnet is autobiographical because it captures Milton's deep anguish over the loss of his sight. ਇਸ ਸੋਨੇਟ ਵਿੱਚ ਮਿਲਟਨ ਨੇ ਆਪਣੀ ਜ਼ਿੰਦਗੀ ਬਾਰੇ ਕਿਹਾ ਹੈ, ਕਿਉਂਕਿ ਉਹਨਾਂ ਦੀ 42 ਸਾਲ ਦੀ ਉਮਰ ਵਿੱਚ ਨਿਗਾਹ ਚਲੀ ਗਈ ਸੀ। ਤਾਂ ਇਹਨਾਂ ਨੇ ਇਹ ਪੋਇਮ ਬਲਾਈਂਡ ਹੋਣ ਤੋਂ ਬਾਅਦ ਲਿਖੀ ਹੈ, ਇਸੇ ਲਈ ਇਸ ਪੋਇਮ ਦਾ ਨਾਮ ਵੀ ਔਨ ਹਿਸ ਬਲਾਈਂਡਨੈਸ ਹੈ। ਹੁਣ ਆਪਾਂ ਜਿਵੇਂ ਪਹਿਲੀ ਲਾਈਨ ਇਸ ਦੀ ਦੇਖਦੇ ਹਾਂ, ਵੈਨ ਆਈ ਕੰਸੀਡਰ ਹਾਊ ਮਾਈ ਲਾਈਟ ਇਜ਼ ਸਪੈਂਟ। ਇੱਥੇ ਜਿਹੜਾ ਲਾਈਟ ਵਰਡ ਹੈ ਇਹ ਵਿਜ਼ਨ ਲਈ ਹੈ। ਉਹ ਪੋਇਟ ਕਹਿੰਦਾ ਹੈ ਕਿ ਜਦੋਂ ਮੈਂ ਇਹ ਦੇਖਦਾ ਹਾਂ ਕਿ ਮੇਰੀ ਨਿਗਾਹ ਕਿਵੇਂ ਵਰਤੀ ਗਈ, ਸਪੈਂਟ ਮੀਨਸ ਵਰਤੀ ਗਈ, ਤਾਂ ਇੱਥੇ ਲਾਈਟ ਮੈਟਾਫੋਰ ਹੈ। ਇੱਥੇ ਜਿਹੜੀ ਫਿਗਰ ਆਫ ਸਪੀਚ ਹੈ ਉਹ ਮੈਟਾਫੋਰ ਹੈ, ਕਿਉਂਕਿ ਇੱਥੇ ਤੁਲਨਾ ਨਹੀਂ ਕੀਤੀ ਗਈ, ਸਿੱਧੇ ਹੀ ਨਿਗਾਹ ਨੂੰ ਲਾਈਟ ਕਿਹਾ ਗਿਆ ਹੈ। ਤਾਂ ਪੋਇਟ ਇੱਥੇ ਕਹਿੰਦਾ ਹੈ ਕਿ ਮੇਰੀ ਨਿਗਾਹ ਕਿਵੇਂ ਵਰਤੀ ਗਈ। ere half my days in this dark world and wide, and that one talent which is death to hide. ਇੱਥੇ ere means before, half my days। ਉਹ ਕਹਿੰਦੇ ਕਿ ਜਿਵੇਂ ਜੇ ਜ਼ਿੰਦਗੀ 100 ਸਾਲ ਦੀ ਹੈ ਤਾਂ ਅੱਧ ਜਿਹੜਾ ਹੈ ਉਸਦਾ 50 ਸਾਲ, ਤਾਂ 50 ਤੋਂ ਥੋੜ੍ਹੇ ਜਿਹਾ ਪਹਿਲਾਂ ਹੀ, ਯਾਨੀ 42 ਸਾਲ ਦੀ ਉਮਰ ਵਿੱਚ ਉਹ ਬਲਾਈਂਡ ਹੋ ਗਏ ਸੀ। ਤਾਂ ਬਿਫੋਰ ਹਾਫ ਮਾਈ ਡੇਜ਼ ਯਾਨੀ ਅੱਧੀ ਉਮਰ ਹੋਣ ਤੋਂ ਕੁਝ ਸਮਾਂ ਪਹਿਲਾਂ ਹੀ ਉਹਨਾਂ ਦੀ ਨਿਗਾਹ ਚਲੀ ਗਈ। ਇਨ ਦਿਸ ਡਾਰਕ ਵਰਲਡ ਐਂਡ ਵਾਈਡ, ਕਿ ਜੋ ਉਹਨਾਂ ਦੀ ਅੰਨੇ ਹੋਣ ਤੋਂ ਬਾਅਦ ਦੁਨੀਆ ਸੀ ਉਹ ਬਿਲਕੁਲ ਹਨੇਰੀ ਦੁਨੀਆ ਬਣ ਗਈ। ਆਲੇ ਦੁਆਲੇ ਸਭ ਕੁਝ ਹਨੇਰਾ ਹੀ ਹਨੇਰਾ ਉਹਨਾਂ ਲਈ ਬਣ ਗਿਆ ਸੀ। ਐਂਡ ਦੈਟ ਵਨ ਟੇਲੈਂਟ ਵਿਚ ਇਜ਼ ਡੈਥ ਟੂ ਹਾਈਡ। ਹੁਣ ਇੱਥੇ ਟੇਲੈਂਟ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਜਿਹੜਾ ਇੱਕ ਗੁਣ ਦਿੱਤਾ ਗਿਆ ਸੀ ਪਰਮਾਤਮਾ ਵੱਲੋਂ ਪੋਇਟਰੀ ਲਿਖਣ ਦਾ, ਤਾਂ ਉਹ ਹੁਣ ਉਹਨਾਂ ਲਈ ਉਸਨੂੰ ਲੁਕਾਉਣਾ ਮੌਤ ਦੇ ਬਰਾਬਰ ਸੀ। ਇਸ ਪੋਇਮ ਦੇ ਵਿੱਚ ਪੋਇਟ ਟੇਲੈਂਟ ਦੀ ਗੱਲ ਕਰਦਾ ਹੈ, ਔਰ ਉਹ ਕਹਿ ਰਿਹਾ ਹੈ ਕਿ ਉਸ ਨੂੰ ਜੋ ਪਰਮਾਤਮਾ ਨੇ ਟੇਲੈਂਟ ਦਿੱਤਾ ਹੈ ਉਹ ਹੁਣ ਉਸਨੂੰ ਵਰਤ ਨਹੀਂ ਸਕਦਾ। ਤਾਂ ਇਸ ਪੋਇਮ ਨੂੰ ਬਾਕੀ ਦੇ ਨੂੰ ਸਮਝਣ ਲਈ ਸਾਨੂੰ ਇਹ ਦੇਖਣਾ ਪਏਗਾ ਕਿ ਪੋਇਟ ਇੱਥੇ ਕਿਸ ਦੇ ਬਾਰੇ ਇਸ਼ਾਰਾ ਕਰ ਰਿਹਾ ਹੈ। ਅਸਲ ਵਿੱਚ ਉਹ ਪਰਮਾਤਮਾ ਵਿੱਚ ਉਸਨੂੰ ਬਹੁਤ ਜ਼ਿਆਦਾ ਵਿਸ਼ਵਾਸ ਸੀ, ਔਰ ਬਾਈਬਲ ਦੇ ਵਿੱਚ ਇੱਕ ਸਟੋਰੀ ਹੈ ਦ ਪੈਰੇਬਲ ਆਫ ਦ ਬੈਗਸ ਆਫ ਗੋਲਡ। ਤਾਂ ਉਹ ਕਹਾਣੀ ਤੁਹਾਨੂੰ ਪਹਿਲਾਂ ਦੱਸਦੇ ਹਾਂ, ਜਿਸ ਦੇ ਨਾਲ ਤੁਹਾਨੂੰ ਬਾਕੀ ਦੀ ਪੋਇਮ ਸਮਝ ਆ ਜਾਏਗੀ। ਉਸ ਕਹਾਣੀ ਦੇ ਵਿੱਚ ਇੱਕ ਲਾਰਡ ਹੈ, ਯਾਨੀ ਕੋਈ ਅਮੀਰ ਆਦਮੀ ਹੈ, ਜੋ ਕਿ ਆਪਾਂ ਇਸ ਕਹਾਣੀ ਜਦੋਂ ਪੋਇਮ ਨਾਲ ਉਸਨੂੰ ਕੰਪੇਅਰ ਕਰਾਂਗੇ ਤਾਂ ਉਹ
ਪਰਮਾਤਮਾ ਵਾਂਗ ਹੈ। ਤਾਂ ਜੋ ਲਾਰਡ ਹੈ ਉਸਦੇ 3 ਸਰਵੈਂਟਸ ਨੇ ਔਰ ਉਸ ਲਾਰਡ ਨੇ ਕਿਸੇ ਲੰਬੀ ਯਾਤਰਾ 'ਤੇ ਕਿਤੇ ਦੂਰ ਜਾਣਾ ਸੀ ਤਾਂ ਉਸਨੇ ਆਪਣੇ ਤਿੰਨੋਂ ਸਰਵੈਂਟਸ ਨੂੰ ਬੈਗਸ ਆਫ ਗੋਲਡ, ਯਾਨੀ ਇੱਥੇ ਉਸਨੇ ਬੈਗਸ ਆਫ ਗੋਲਡ ਕਿਹਾ ਹੈ, ਲੇਕਿਨ ਜੇ ਇਸ ਪੋਇਮ ਨਾਲ ਕੰਪੇਅਰ ਕਰੀਏ ਤਾਂ ਆਪਾਂ ਸਮਝਾਂਗੇ ਕਿ ਉਸਨੇ ਟੇਲੈਂਟਸ ਦਿੱਤੇ। ਤਾਂ ਜਿਹੜਾ ਪਹਿਲਾ ਸਰਵੈਂਟ ਸੀ ਉਸਨੂੰ 5 ਬੈਗਸ ਆਫ ਗੋਲਡ, ਦੂਸਰੇ ਨੂੰ 2 ਬੈਗਸ ਆਫ ਗੋਲਡ ਔਰ ਥਰਡ ਨੂੰ 1 ਬੈਗ ਆਫ ਗੋਲਡ ਦਿੱਤਾ। ਕਾਫੀ ਸਮੇਂ ਬਾਅਦ ਜਦੋਂ ਉਹ ਲਾਰਡ ਵਾਪਸ ਆਇਆ ਤਾਂ ਉਸਨੇ ਪਹਿਲੇ ਸਰਵੈਂਟ ਨੂੰ ਪੁੱਛਿਆ ਕਿ ਉਸਨੇ ਉਹ ਗੋਲਡ ਜੋ ਉਸਨੂੰ ਬੈਗਸ ਦਿੱਤੇ ਸੀ ਉਸਦਾ ਕੀ ਕੀਤਾ। ਪਹਿਲੇ ਸਰਵੈਂਟ ਨੇ ਕਿਹਾ ਕਿ ਮੈਂ 5 ਜਿਹੜੇ ਬੈਗਸ ਆਫ ਗੋਲਡ ਦਿੱਤੇ ਸੀ ਮੈਂ ਉਹਨਾਂ ਨੂੰ ਅੱਗੇ ਇਨਵੈਸਟ ਕੀਤਾ ਅਤੇ ਉਸ ਦੇ ਨਾਲ ਮੈਨੂੰ ਹੋਰ ਫਾਇਦਾ ਹੋਇਆ ਅਤੇ ਹੁਣ ਮੇਰੇ ਕੋਲ 10 ਬੈਗਸ ਆਫ ਗੋਲਡ ਨੇ। ਤਾਂ ਲਾਰਡ ਨੇ ਉਸਨੂੰ ਸ਼ਾਬਾਸ਼ੀ ਦਿੱਤੀ। ਦੂਸਰੇ ਸਰਵੈਂਟ ਨੇ ਕਿਹਾ ਕਿ ਤੁਸੀਂ ਮੈਨੂੰ 2 ਬੈਗਸ ਆਫ ਗੋਲਡ ਦਿੱਤੇ ਸੀ ਤਾਂ ਮੈਂ ਉਸਨੂੰ ਹੁਣ ਆਪਣੀ ਮਿਹਨਤ ਦੇ ਨਾਲ 4 ਬੈਗਸ ਆਫ ਗੋਲਡ ਬਣਾ ਦਿੱਤੇ ਨੇ। ਤਾਂ ਜੋ ਲਾਰਡ ਸੀ ਉਸ ਦੇ ਨਾਲ ਵੀ ਬਹੁਤ ਖੁਸ਼ ਹੋਏ। ਲੇਕਿਨ ਜੋ ਤੀਸਰਾ ਸਰਵੈਂਟ ਸੀ ਉਸਨੇ ਉਹ ਬੈਗ ਆਫ ਗੋਲਡ ਮਿੱਟੀ ਵਿੱਚ ਦੱਬ ਦਿੱਤਾ। ਤਾਂ ਜਦੋਂ ਲਾਰਡ ਨੇ ਉਸਨੂੰ ਪੁੱਛਿਆ ਤਾਂ ਉਸਨੇ ਕਿਹਾ ਵੀ ਦੇਖੋ ਮੈਂ ਇਹ ਡਰ ਗਿਆ ਕਿ ਜੇਕਰ ਇਹ ਜਿਹੜਾ ਮੈਨੂੰ ਇੱਕ ਟੇਲੈਂਟ ਦਿੱਤਾ ਹੈ, ਜੋ ਮੈਨੂੰ ਇੱਕ ਬੈਗ ਆਫ ਗੋਲਡ ਦਿੱਤਾ ਹੈ, ਕਿਤੇ ਖਰਾਬ ਨਾ ਹੋ ਜਾਵੇ, ਵੀ ਤੁਸੀਂ ਮੇਰੇ ਨਾਲ ਨਾਰਾਜ਼ ਹੋਵੋਗੇ, ਵੀ ਮੈਂ ਇਸਨੂੰ ਵਰਤਿਆ ਹੀ ਨਹੀਂ ਅਤੇ ਮੈਂ ਇਸਨੂੰ ਮਿੱਟੀ ਵਿੱਚ ਦੱਬ ਦਿੱਤਾ ਅਤੇ ਹੁਣ ਮੈਂ ਉਸ ਨੂੰ ਕੱਢ ਲਿਆਇਆ ਹਾਂ। ਤਾਂ ਜੋ ਲਾਰਡ ਹੈ ਉਸ ਦੇ ਨਾਲ ਬਹੁਤ ਨਾਰਾਜ਼ ਹੋਏ ਕਿ ਤੂੰ ਇਸ ਨੂੰ ਕਿਉਂ ਨਹੀਂ ਵਰਤਿਆ। ਹੁਣ ਇਸ ਪੋਇਮ ਦੇ ਵਿੱਚ ਵੀ ਪੋਇਟ ਇਸੇ ਦੇ ਨਾਲ ਰਿਲੇਟ ਕਰਦੇ ਹੋਏ ਕਹਿ ਰਿਹਾ ਹੈ ਕਿ ਜੋ ਉਸਨੂੰ ਇੱਕ ਟੇਲੈਂਟ ਦਿੱਤਾ ਹੈ ਜੇ ਉਸਨੂੰ ਨਹੀਂ ਵਰਤਿਆ ਤਾਂ ਜੋ ਲਾਰਡ ਹੈ ਯਾਨੀ ਕਿ ਜੋ ਪਰਮਾਤਮਾ ਹੈ ਉਸ ਦੇ ਨਾਲ ਨਾਰਾਜ਼ ਹੋਏਗਾ। ਲੌਸਟ ਵਿਦ ਮੀ ਯੂਜ਼ਲੈਸ, ਯੂਜ਼ਲੈਸ ਮੀਨਸ ਬੇਕਾਰ, ਵੀ ਹੁਣ ਉਹ ਮੇਰੇ ਅੰਦਰ ਜੋ ਉਹ ਟੇਲੈਂਟ ਹੈ ਉਹ ਹੁਣ ਬੇਕਾਰ ਹੈ। ਦੋ ਮਾਈ ਸੋਲ ਮੋਰ ਬੈਂਟ ਟੂ ਸਰਵ ਦੇਅਰ ਵਿਦ ਮਾਈ ਮੇਕਰ ਐਂਡ ਪ੍ਰੈਜ਼ੈਂਟ। ਤਾਂ ਉਸਨੇ ਕਿਹਾ ਜੋ ਮੇਰੀ ਆਤਮਾ ਹੈ ਉਹ ਹਜੇ ਵੀ ਪਰਮਾਤਮਾ ਦੀ ਵੱਲ ਬੈਂਟ ਹੈ, ਯਾਨੀ ਕਿ ਉਸਦੀ ਹਜੇ ਵੀ ਸੇਵਾ ਕਰਨੀ ਚਾਹੁੰਦੀ ਹੈ। ਮੇਕਰ ਇੱਥੇ ਗੋਡ ਲਈ ਕਿਹਾ ਗਿਆ ਹੈ ਕਿ ਉਸਦੀ ਹਜੇ ਵੀ ਸੇਵਾ ਕਰਨੀ ਚਾਹੁੰਦੀ ਹੈ। ਔਰ ਜਦੋਂ ਮੈਂ ਪਰਮਾਤਮਾ ਕੋਲ ਜਾਊਂ ਮਾਈ ਟਰੂ ਅਕਾਊਂਟ ਲੈਸਟ ਹੀ ਰਿਟਰਨਿੰਗ ਚਾਈਲਡ, ਤਾਂ ਚਾਈਲਡ ਮੀਨਸ ਕੋਲਡ, ਕਿ ਜਦੋਂ ਮੈਂ ਪਰਮਾਤਮਾ ਕੋਲ ਜਾਣ 'ਤੇ ਲੇਖਾ ਜੋਖਾ ਹੋਏਗਾ ਮੇਰੇ ਅਕਾਊਂਟ ਦਾ ਤਾਂ ਉਹ ਮੈਨੂੰ ਸਕੋਲਡ ਕਰਨਗੇ, ਗੁੱਸੇ ਹੋਣਗੇ। ਚਾਈਲਡ ਮੀਨਸ ਸਕੋਲਡ ਯਾਨੀ ਨਾਰਾਜ਼ ਹੋਏਗਾ ਪਰਮਾਤਮਾ। ਡੋਥ ਗੋਡ ਐਗਜ਼ੈਕਟ ਡੇ ਲੇਬਰ ਲਾਈਟ ਡਿਨਾਈਡ, ਤਾਂ ਇੱਥੇ ਬੜੇ ਭੋਲੇਪਣ ਦੇ ਨਾਲ ਪੋਇਟ ਪਰਮਾਤਮਾ ਦੇ ਅੱਗੇ ਸਵਾਲ ਕਰ ਰਿਹਾ ਹੈ ਕਿ ਕੀ ਮੇਰੇ ਤੋਂ ਵੀ ਬਿਨਾਂ ਮੈਨੂੰ ਚਾਨਣ ਦਿੱਤੇ, ਮੈਨੂੰ ਅੰਨੇ ਬਣਾਉਣ ਤੋਂ ਬਾਅਦ ਵੀ ਕੀ ਮੇਰੇ ਕੋਲੋਂ ਪਰਮਾਤਮਾ ਉਨਾ ਹੀ ਕੰਮ ਭਾਲਦਾ ਹੈ। ਡੇ ਲੇਬਰ ਮੀਨਸ ਇੱਕ ਦਿਨ ਦੇ ਵਿੱਚ ਕੀਤਾ ਜਾਣ ਵਾਲਾ ਕੰਮ, ਤਾਂ ਲਾਈਟ ਡਿਨਾਈਡ ਮੀਨਸ ਨਿਗਾਹ ਦਾ ਚਲੇ ਜਾਣਾ। ਤਾਂ ਕੀ ਨਿਗਾਹ ਦੇ ਜਾਣ ਤੋਂ ਬਾਅਦ ਵੀ ਪਰਮਾਤਮਾ ਮੇਰੇ ਕੋਲੋਂ ਉਨਾ ਹੀ ਕੀਤਾ ਕੰਮ ਮੰਗੇਗਾ। ਆਈ ਫੌਂਡਲੀ ਆਸਕ, ਇੱਥੇ ਜੋ ਪਿਛਲੇ ਪੇਜ ਦੇ ਉੱਪਰ ਆਪਾਂ ਦੇਖਿਆ ਕਿ ਪੋਇਟ ਬੜੇ ਭੋਲੇਪਣ ਦੇ ਨਾਲ ਉਸਨੂੰ ਸਵਾਲ ਪੁੱਛ ਰਿਹਾ ਪਰਮਾਤਮਾ ਨੂੰ ਕਿ ਮੇਰੀ ਨਿਗਾਹ ਜਾਣ ਤੋਂ ਬਾਅਦ ਵੀ ਕੀ ਮੇਰੇ ਨਾਲ ਵੀ ਪਰਮਾਤਮਾ ਉਨਾ ਹੀ ਮੇਰੇ ਤੋਂ ਕੰਮ ਮੰਗੇਗਾ, ਕਿਉਂਕਿ ਹੁਣ ਮੈਂ ਤਾਂ ਬਿਨਾਂ ਨਿਗਾਹ ਦੇ ਕੰਮ ਨਹੀਂ ਕਰ ਸਕਦਾ। ਬਟ ਪੇਸ਼ੈਂਸ ਟੂ ਪ੍ਰੀਵੈਂਟ that murmur soon replies, God doth not need either man's work or his own gifts। ਹੁਣ ਪੇਸ਼ੈਂਸ ਇੱਥੇ ਜੋ ਫਿਗਰ ਆਫ ਸਪੀਚ ਹੈ ਉਹ ਹੈ ਪਰਸੋਨੀਫਿਕੇਸ਼ਨ। ਪੇਸ਼ੈਂਸ ਇੱਕ ਵਰਚੂ ਹੈ, ਇੱਕ ਗੁਣ ਹੈ, ਤਾਂ ਪੇਸ਼ੈਂਸ ਹੈ ਸਬਰ। ਤਾਂ ਹੁਣ ਸਬਰ ਅੱਗੇ ਆਉਂਦਾ ਹੈ ਅਤੇ ਆ ਕੇ ਦੱਸਦਾ ਹੈ ਦੈਟ ਮਰਮਰ ਮੀਨਸ ਹੌਲੀ ਹੌਲੀ ਖੁਸਰ ਫੁਸਰ ਕਰਨਾ ਉਸਨੂੰ ਕਹਾਂਗੇ। ਤਾਂ ਉਹ ਹੁਣ ਜੋ ਸਬਰ ਹੈ ਉਹ ਆ ਕੇ ਦੱਸਦਾ ਹੈ ਗੋਡ ਡੋਥ ਨਾਟ ਨੀਡ, ਡੋਥ ਇੱਥੇ ਡਜ਼ ਨੂੰ ਹੀ ਕਿਹਾ ਗਿਆ ਹੈ ਵੀ ਪਰਮਾਤਮਾ ਜੋ ਹੈ ਉਹ ਉਸਨੂੰ ਨਹੀਂ ਲੋੜ ਨਹੀਂ ਹੈ ਈਦਰ ਮੈਨਸ ਵਰਕ ਔਰ ਹਿਜ਼ ਓਨ ਗਿਫਟਸ, ਕਿ ਉਸਨੂੰ ਮਨੁੱਖ ਦੇ ਕੀਤੇ ਕੰਮ ਦੀ ਵੀ ਲੋੜ ਨਹੀਂ ਹੈ ਔਰ ਨਾ ਹੀ ਉਸਨੂੰ ਆਪਣੇ ਦਿੱਤੇ ਤੋਹਫਿਆਂ ਦੀ ਲੋੜ ਹੈ। ਹੂ ਬੈਸਟ ਬੀਅਰ ਹਿਜ਼ ਮਾਈਲਡ ਯੋਕ ਦੇ ਸਰਵ ਹਿਮ ਬੈਸਟ। ਉਹ ਕਹਿੰਦਾ ਵੀ ਜਿਹੜੇ ਰੱਬ ਦੀ ਦਿੱਤੀ ਜੋ ਵੀ ਉਸਨੇ ਮਿਸਫੋਰਚੂਨ ਦਿੱਤਾ ਹੈ, ਕੋਈ ਮੁਸ਼ਕਿਲ ਦਿੱਤੀ ਹੈ, ਕੋਈ ਤਕਲੀਫ ਦਿੱਤੀ ਹੈ, ਜੋ ਉਸਨੂੰ ਸਭ ਤੋਂ ਵਧੀਆ ਸਹਿ ਲੈਂਦਾ ਹੈ ਉਹੀ ਉਸਦਾ ਸਭ ਤੋਂ ਵਧੀਆ
ਉਸ ਦੀ ਸੇਵਾ ਕਰਦਾ ਹੈ। ਇੱਥੇ ਯੋਕ ਦਾ ਮਤਲਬ ਹੈ ਕਿ ਜਿਵੇਂ ਬਲਦਾਂ ਦੇ ਜਦੋਂ ਉਹਨਾਂ ਨੂੰ ਹਲ ਨਾਲ ਜੋਤਦੇ ਨੇ ਜਾਂ ਫਿਰ ਰੇਹੜੀ ਦੇ ਉੱਤੇ, ਤਾਂ ਜੋ ਡੰਡਾ ਉਹਨਾਂ ਦੇ ਗਰਦਨ ਦੇ ਉੱਤੇ ਰੱਖਿਆ ਹੁੰਦਾ ਹੈ ਉਸ ਨੂੰ ਯੋਕ ਕਹਿੰਦੇ ਨੇ। ਉਹ ਇੱਕ ਕਿਸਮ ਦਾ ਵਜ਼ਨ ਹੈ। ਮਾਈਲਡ ਮੀਨਸ ਹਲਕਾ ਜਿਹਾ। ਤਾਂ ਜੋ ਜਿਵੇਂ ਬਲਦ ਦੇ ਗਰਦਨ ਦੇ ਉੱਤੇ ਰੱਖਿਆ ਉਹ ਵਜ਼ਨ ਹੈ ਇੱਕ ਕਿਸਮ ਦਾ, ਉਹ ਬਲਦ ਲਈ ਤਕਲੀਫਦਾਇਕ ਹੈ। ਤਾਂ ਉਸੇ ਤਰੀਕੇ ਨਾਲ ਮਨੁੱਖ ਦੀ ਜ਼ਿੰਦਗੀ ਵਿੱਚ ਜੇਕਰ ਕੋਈ ਵੀ ਚੀਜ਼ ਕੋਈ ਤਕਲੀਫਦਾਇਕ ਹੈ, ਕੋਈ ਪ੍ਰੋਬਲਮ ਹੈ, ਤਾਂ ਉਸਨੂੰ ਜੇਕਰ ਉਹ ਮਨੁੱਖ ਪਰਮਾਤਮਾ ਦਾ ਦਿੱਤੀ ਦਾਤ ਸਮਝ ਕੇ ਉਸਨੂੰ ਸਹਿ ਲੈਂਦਾ ਹੈ ਤਾਂ ਉਹੀ ਪਰਮਾਤਮਾ ਦੀ ਸੱਚੀ ਸੇਵਾ ਕਰਦਾ ਹੈ। ਹਿਸ ਸਟੇਟ ਇਜ਼ ਕਿੰਗਲੀ। ਜੋ ਪਰਮਾਤਮਾ ਦੀ ਜੋ ਦੁਨੀਆ ਹੈ ਉੱਥੇ ਪਰਮਾਤਮਾ ਇੱਕ ਰਾਜਿਆਂ ਵਾਂਗ ਹੈ। ਥਾਊਜ਼ੈਂਡਸ ਐਟ ਹਿਸ ਬਿਡਿੰਗ ਸਪੀਡ and post o'er land and ocean without rest. They also serve who only stand and wait. ਤਾਂ ਉਹ ਕਹਿੰਦਾ ਵੀ ਜੋ ਉਸਦੇ ਸੇਵਾਦਾਰ ਨੇ ਉਹ ਉਸਦੇ ਲਈ ਖੜ੍ਹੇ ਨੇ, ਵੇਟ ਕਰ ਰਹੇ ਨੇ ਔਰ ਉਸਦੀ ਬਹੁਤ ਹੀ ਤੇਜ਼ ਸਪੀਡ ਦੇ ਨਾਲ ਜੋ ਸਾਰਾ ਰਸਤਾ ਸਫ਼ਰ ਤੈਅ ਕਰਦੇ ਨੇ। ਪੋਸਟ ਮੀਨਸ ਕੋਈ ਬਹੁਤ ਜਲਦੀ ਟਰੈਵਲ ਕਰਨਾ, ਕੁਇਕਲੀ ਟਰੈਵਲ ਕਰਨਾ, ਉਸਨੂੰ ਕਹਾਂਗੇ ਪੋਸਟ। ਔਰ ਓਰ ਮੀਨਸ ਇਹ ਓਵਰ ਲਈ ਹੀ ਕਿਹਾ ਗਿਆ ਹੈ। OVER ਓਵਰ ਦਾ ਇਹ ਇੱਕ ਪੋਇਟਿਕ ਕੰਟਰੈਕਸ਼ਨ ਹੈ ਵਰਡ ਦਾ, ਤਾਂ ਇਸ ਨੂੰ ਯੂਜ਼ ਕੀਤਾ ਗਿਆ। ਇਸ ਦਾ ਮਤਲਬ ਹੈ ਕਿ ਲੈਂਡ ਅਤੇ ਓਸ਼ਨਸ ਦੇ ਉੱਪਰੋਂ ਬਿਨਾਂ ਰੁਕੇ ਟੁਕੇ ਜੋ ਉਸਦੇ ਸੇਵਾਦਾਰ ਨੇ ਉਹ ਉਸਦੀ ਤੇਜ਼ੀ ਨਾਲ ਪਰਮਾਤਮਾ ਦੇ ਜੋ ਕਹੇ ਅਨੁਸਾਰ ਕੰਮ ਕਰ ਰਹੇ ਨੇ, ਤਾਂ ਉਸਦੀ ਸੇਵਾ ਕਰਨ ਵਾਲੇ ਨੇ। ਤਾਂ ਜਿਹੜੇ ਸਿਰਫ ਖੜ ਕੇ ਪਰਮਾਤਮਾ ਦੇ ਹੁਕਮ ਨੂੰ ਉਡੀਕਦੇ ਨੇ ਉਹ ਵੀ ਉਸਦੀ ਉਨੀ ਹੀ ਜ਼ਿਆਦਾ ਸੇਵਾ ਕਰਦੇ ਹਨ। ਇਸ ਪੋਇਮ ਦੇ ਵਿੱਚ ਪੋਇਟ ਇਹ ਕਹਿਣਾ ਚਾਹੁੰਦਾ ਹੈ ਕਿ ਜੋ ਪਰਮਾਤਮਾ ਦੇ ਦਿੱਤੇ ਦੁੱਖ ਸੁੱਖ ਨੂੰ ਖੁਸ਼ੀ ਮੰਨ ਲੈਂਦੇ ਹਨ ਉਹੀ ਉਸਦੇ ਸਭ ਤੋਂ ਬਿਹਤਰੀਨ ਸੇਵਕ ਹੁੰਦੇ ਹਨ। Thanks for watching video and supporting my channel.